ये आदमी हम पुलिस के हैंड ओवर कर रहे हैं। ये पेट्रोल की बोतल है और ये माचिस है और ये सामान इसका है। केंद्र सरकार इस टाइम ते बुखलाहट विच है। कोल रिपोर्ट ये आई है कि 15 आदमी बीजेपी ने किराए ते लैके हायर करके ਸਾਡੇ ਮੋਰਚੇ ਦੇ ਵਿੱਚ ਵਾੜਨ ਦੀ ਤਿਆਰੀ ਸੀ, ਜਿਨ੍ਹਾਂ ਨੂੰ ਇਹ ਕਿਹਾ ਗਿਆ ਹੈ ਕਿ ਜੇ ਤੁਹਾਡੇ ਸੱਟ ਚੋਟ ਲੱਗਦੀ ਹੈ ਤੇ ਤੁਹਾਨੂੰ 5-5 ਲੱਖ ਰੁਪਈਆ ਦੇਵਾਂਗੇ। ਕਾਨੂੰਨੀ ਪ੍ਰਕਿਰਿਆ ਹੈ ਉਹ ਪੁਲਿਸ ਨੇ ਕਰਨੀ ਹੁੰਦੀ ਹੈ। ਪੁਲਿਸ ਨੂੰ ਅਸੀਂ ਫੜਾ ਦਿੰਦੇ ਆ ਔਰ ਲਿਖਤੀ ਅਸੀਂ ਦਰਖਾਸਤਾਂ ਦਿੰਦੇ ਆ। ਹੁਣ ਅੱਗੋਂ ਪੁਲਿਸ ਜਿਹੜੀ ਆ ਉਹ ਕਾਰਵਾਈ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਆ। ਪੁਲਿਸ ਚਾਹੁੰਦਿਆਂ ਹੋਇਆ ਵੀ ਕੋਈ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਹਰਿਆਣੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਕੇਂਦਰ 'ਚ ਵੀ ਬੀਜੇਪੀ ਦੀ ਸਰਕਾਰ ਹੈ। ਪ੍ਰਧਾਨ ਮੰਤਰੀ ਨੂੰ ਇਹ ਵੀ ਕਹਿਣਾ ਪੈ ਗਿਆ ਕਿ ਲੋਕਾਂ ਨੂੰ ਦੱਸੋ ਕਿ ਕਾਂਗਰਸ ਵਾਲੇ ਸਾਡਾ ਸੈਸ਼ਨ ਨਹੀਂ ਚੱਲਣ ਦਿੰਦੇ। ਸਾਡੇ ਕੋਲ ਕੋਈ ਹੋਰ ਪਾਵਰ ਨਹੀਂ ਹੈ ਜੀ, ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ। ਅਸੀਂ ਬੰਦਾ ਫੜ ਕੇ ਆਪਣੇ ਕੋਲ ਨਹੀਂ ਰੱਖ ਸਕਦੇ। ਇੱਥੇ 100 200 400 ਬੰਦਾ ਵੀ ਆਏਗਾ, ਸਾਡੀ ਗਿਣਤੀ ਇੰਨੀ ਹੈ ਕਿ ਅਸੀਂ 400 ਨੂੰ ਵੀ ਫੜ ਕੇ ਬੰਨ੍ਹ ਕੇ ਦਿਵਾ ਸਕਦੇ ਹਾਂ। ਕੋਈ ਚਿੰਤਾ ਨਹੀਂ, ਸਾਨੂੰ ਕੋਈ ਘਬਰਾਹਟ ਨਹੀਂ। ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜਿੰਨੇ ਮਰਜ਼ੀ ਛਡਿਅੰਤਰ ਰਚ ਲਓ, ਇੱਥੇ ਕੋਈ ਫਰਕ ਨਹੀਂ ਪੈਣ ਵਾਲਾ। ਅਸੀਂ ਇਹ ਸੰਘਰਸ਼ ਜਿੱਤ ਕੇ ਜਾਵਾਂਗੇ, ਕੋਈ ਫਰਕ ਨਹੀਂ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਬਣੇ ਹੋਏ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੇ ਮੈਂ ਹਰਜੀਤ ਕੌਰ। ਅੱਜ ਫਿਰ ਇੱਕ ਸ਼ਰਾਰਤੀ ਅਨਸਰ ਫੜਿਆ ਗਿਆ ਹੈ ਕਿਸਾਨੀ ਅੰਦੋਲਨ ਦੇ ਵਿੱਚ, ਜਿੱਥੇ ਤੁਸੀਂ ਦੇਖ ਸਕਦੇ ਲਗਾਤਾਰ ਅੱਗ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਕਿ ਕਦੇ ਕਿਸੇ ਛੰਨ ਨੂੰ ਅੱਗ ਲੱਗ ਜਾਂਦੀ ਸੀ, ਕਿਸੇ ਟਰਾਲੀ ਨੂੰ ਅੱਗ ਲੱਗ ਜਾਂਦੀ ਸੀ। ਇਹ ਤੁਸੀਂ ਦੇਖ ਸਕਦੇ ਹੋ ਕੁੰਡਲੀ ਥਾਣੇ ਦਾ SHO ਆਇਆ ਹੈਗਾ, ਪੁਲਿਸ ਅਧਿਕਾਰੀ ਆਏ ਨੇ, ਇੱਥੇ ਇਹਨੂੰ ਲੈ ਕੇ ਚੱਲੇ ਨੇ। ਇਹਦੇ ਕੋਲੋਂ ਪੈਟਰੋਲ ਤੇ ਡੱਬੀਆਂ ਬਰਾਮਦ ਹੋਈਆਂ ਨੇ। ਸਾਡੇ ਨਾਲ ਡੱਲੇਵਾਲ ਸਾਹਿਬ ਵੀ ਨੇ, ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਡੱਬੀਆਂ, ਤੀਲਾਂ ਵਾਲੀ ਡੱਬੀ ਤੇ ਪੈਟਰੋਲ, ਇਹ ਅੱਗ ਲਾਉਣ ਦਾ ਕੰਮ ਹੀ ਹੋਣਾ। ਸਰ ਕਦੋਂ ਫੜਿਆ ਗਿਆ ਹੈਗਾ, ਕਿੱਥੇ ਫੜਿਆ ਸੀ ਤੁਸੀਂ ਇਹਨਾਂ? ਇਹ ਸਵੇਰੇ ਫੜਿਆ ਜਾਂ ਹੁਣੀ ਫੜਿਆ ਜੀ, ਥੋੜਾ ਚਿਰ ਹੋਇਆ ਜੀ। ਤੇ ਇਹ ਸ਼ੱਕੀ ਹਾਲਤ ਵਿੱਚ ਫਿਰ ਰਿਹਾ ਸੀ। ਸ਼ੱਕੀ ਹਾਲਤ 'ਚ ਫਿਰਦੇ ਨੂੰ ਜਦੋਂ ਫੜਿਆ ਗਿਆ ਤੇ ਇਹਦੇ ਕੋਲੋਂ ਪੈਟਰੋਲ ਦੀ ਬੋਤਲ ਤੇ ਡੱਬੀਆਂ ਜਿਹੜੀਆਂ ਇਹਦੇ ਕੋਲੋਂ ਫੜੀਆਂ ਗਈਆਂ ਤੇ ਫਿਰ ਇਹਨੂੰ ਪੁੱਛਿਆ ਤੇ ਅਸੀਂ ਫੜ ਕੇ ਤੋਂ ਕੋਲ ਪੁੱਛ ਕੇ ਉਹਦਾ ਨਾਂ ਪਤਾ ਪੁੱਛ ਕੇ ਤੇ ਉਸੇ ਵੇਲੇ ਫੋਨ ਕਰਕੇ ਤੇ ਅਸੀਂ ਪੁਲਿਸ ਨੂੰ ਬੁਲਾ ਕੇ ਤੇ ਪੁਲਿਸ ਦੇ ਹੈਂਡਓਵਰ ਕਰਤਾ। ਮੈਂ ਦੱਸਣਾ ਚਾਹੁੰਦਾ ਕਿ ਕੇਂਦਰ ਸਰਕਾਰ ਇਸ ਟਾਈਮ ਤੇ ਬੁਖਲਾਹਟ ਵਿੱਚ ਹੈ ਜੀ, ਕਿਉਂਕਿ ਉਹਨਾਂ ਨੇ ਸਾਡੇ ਇਸ ਅੰਦੋਲਨ ਨੂੰ ਜੋ ਕਿ ਲੰਬੇ ਸਮੇਂ ਤੋਂ ਚੱਲ ਰਿਹਾ, ਅੱਜ ਦਿੱਲੀ ਦੇ ਬਾਰਡਰਾਂ ਤੇ ਸਾਨੂੰ ਬੈਠਿਆਂ ਨੂੰ 8 ਮਹੀਨੇ 3 ਦਿਨ ਹੋ ਗਏ ਆ। 2 ਮਹੀਨੇ ਪਹਿਲਾਂ ਅਸੀਂ ਪੰਜਾਬ 'ਚ ਰੇਲਵੇ ਟਰੈਕਾਂ ਤੇ ਬੈਠੇ ਰਹੇ ਔਰ ਜਦੋਂ ਤੋਂ ਅਸੀਂ ਇੱਥੇ ਆਏ ਆ, ਤੁਸੀਂ ਵੇਖਿਆ ਹੋਊਗਾ ਕਿ ਜਦੋਂ 26 ਨਵੰਬਰ ਨੂੰ ਅਸੀਂ ਇੱਥੇ ਆ ਗਏ ਤੇ 2 ਦਸੰਬਰ ਤੋਂ ਇਹ ਕਾਰਵਾਈ ਕੇਂਦਰ ਸਰਕਾਰ ਨੇ ਕਰਨੀ ਸ਼ੁਰੂ ਕਰਤੀ, ਜਿਹਦੇ ਵਿੱਚ ਅਸੀਂ ਨੌਜਵਾਨ ਸ਼ਰਾਰਤੀ ਅਨਸਰ ਫੜਾਏ, ਲੜਕੀਆਂ ਫੜਾਈਆਂ ਔਰ ਇੱਥੋਂ ਤੱਕ ਕਿ ਜਿਹੜੇ ਬੰਦੇ ਹਥਿਆਰ ਲਿਆ ਕੇ ਇੱਥੇ ਇਸ ਮੋਰਚੇ ਨੂੰ ਫੇਲ ਕਰਨਾ ਚਾਹੁੰਦੇ ਸੀ, ਗੋਲੀ ਚਲਾ ਕੇ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਸੀ, ਉਹ ਬੰਦੇ ਵੀ ਪੁਲਿਸ ਨੂੰ ਫੜਾਏ ਔਰ ਕੁੰਡਲੀ ਥਾਣੇ ਦੇ ਵਿੱਚ FIR ਵੀ ਦਰਜ ਹੈ। ਇਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੁਛ ਕੀਤਾ, ਸਾਡੀਆਂ ਝੌਂਪੜੀਆਂ ਨੂੰ ਅੱਗਾਂ ਲਾਈਆਂ। ਇਸ ਤੋਂ ਬਾਅਦ ਜਿਸ ਤਰ੍ਹਾਂ ਕਿ ਸਾਡੇ ਮੋਰਚੇ ਨੂੰ ਬਦਨਾਮ ਕਰਨ ਲਈ, ਜਿਵੇਂ ਕਿ ਇੱਕ ਪੱਛਮੀ ਬੰਗਾਲ ਤੋਂ ਲੜਕੀ ਆਈ, ਉਹਦੇ ਨਾਲ ਜਦੋਂ ਮਿਸਬਿਹੇਵ ਹੋਇਆ, ਉਹਦੇ ਨਾਲ ਉਹਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਔਰ ਸੰਯੁਕਤ ਮੋਰਚੇ ਵੱਲੋਂ ਜਿਹੜਾ ਅਸੀਂ ਉਹਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਆਪ ਇਹ ਪਹਿਲਕਦਮੀ ਕੀਤੀ। ਜੇਕਰ ਇੱਕ ਆਦਮੀ ਆਪ ਪਰਿਵਾਰ ਤੋਂ ਦੁਖੀ ਹੋ ਕੇ ਆਪਣੇ ਤੇ ਪੈਟਰੋਲ ਪਾ ਕੇ ਅੱਗ ਲਾਉਂਦਾ ਹੈ ਤੇ ਪੁਲਿਸ ਨੇ ਉਹ ਵੀ ਪਰਚਾ ਸਾਡੇ ਬੰਦਿਆਂ ਤੇ ਕੀਤਾ। ਸੋ ਇਹ ਲਗਾਤਾਰ ਸ਼ੜਯੰਤਰ, ਤੁਹਾਨੂੰ ਪਤਾ ਹੈ ਕਿ ਅੱਜ ਤੋਂ 5 ਦਿਨ ਪਹਿਲਾਂ ਇੱਥੇ ਸਾਡੇ 2 ਥਾਵਾਂ ਤੇ ਸਿੰਘੂ ਬਾਰਡਰ ਦੇ ਉੱਤੇ ਅੱਗ ਲੱਗੀ, ਖਾਲਸਾ ਏਡ ਦੇ ਲਾਗੇ ਜੀ, ਜਿਹੜੀ ਕਿ ਉੱਥੇ ਪਹਿਲਾਂ ਇੱਕ ਥਾਂ ਅੱਗ ਲੱਗਦੀ ਆ ਤੇ 10 ਟਰਾਲੀਆਂ ਛੱਡ ਕੇ ਅੱਗ ਫੇਰ ਲੱਗ ਜਾਂਦੀ ਆ। ਉਸ ਦਿਨ ਵੀ ਅੱਗ ਜਿਹੜੀ ਆ ਉਹ ਲਾਈ ਗਈ ਤੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਇਹ ਅੱਗ ਲੱਗੀ ਨਹੀਂ, ਇਹ ਲਾਈ ਗਈ ਆ। ਔਰ ਉਸੇ ਦਿਨ ਰਾਤ ਨੂੰ ਅਸੀਂ ਜਿਹੜਾ ਫਿਰ ਇੱਕ ਆਦਮੀ ਪੈਟਰੋਲ ਦੀ ਬੋਤਲ ਤੇ ਡੱਬੀਆਂ ਸਮਾਨ ਸਮੇਤ ਸਿੰਘੂ ਸਟੇਜ ਤੋਂ ਜਿਹੜਾ ਉੱਥੇ ਰਾਤ ਨੂੰ ਸੌ ਰਿਹਾ ਤੇ 2-2:30 ਵਜੇ ਰਾਤ ਨੂੰ ਅਸੀਂ ਉਹਨੂੰ ਫੜਦੇ ਹਾਂ। ਉਹ ਵੀ ਪੁਲਿਸ ਦੇ ਹਵਾਲੇ ਕੀਤਾ, ਲਿਖਤੀ ਦਰਖਾਸਤ ਦਿੱਤੀ ਆ। ਹੁਣ ਪਤਾ ਕਰਦੇ ਆ ਜਾ ਕੇ, ਕਿਉਂਕਿ ਅਸੀਂ
ਅਸੀਂ ਰੁਝੇਵੇਂ ਜ਼ਿਆਦੇ ਆ, ਲਿਖਤੀ ਦਰਖਾਸਤ ਦਿੱਤੀ, ਬੰਦੇ ਪੜਾਤੇ। ਆਹ ਬੰਦਾ ਹੁਣ ਤੁਹਾਡੇ ਸਾਹਮਣੇ, ਇਹ ਵੀ ਅਸੀਂ ਪੁਲਿਸ ਦੇ ਹੈਂਡਓਵਰ ਕਰਤਾ ਹੈ, ਜਿਹਦੇ ਕੋਲੋਂ ਪੈਟਰੋਲ ਦੀ ਬੋਤਲ ਤੇ ਡੱਬੀਆਂ ਫੜੀਆਂ ਗਈਆਂ ਨੇ। ਇਹ ਕੇਵਲ ਇਸ ਕਰਕੇ ਆ ਕਿ ਸਾਡੇ ਅੰਦੋਲਨ ਜਿਹੜਾ ਸ਼ਾਂਤਮਈ ਅੰਦੋਲਨ ਚੱਲ ਰਿਹਾ, ਕਿਉਂਕਿ ਸਾਡਾ ਇੱਕੋ ਇੱਕ ਨਿਸ਼ਚਾ ਹੈ ਕਿ ਅਸੀਂ ਅੰਦੋਲਨ ਤਾਂ ਜਿੱਤ ਸਕਦੇ ਹਾਂ ਜੇ ਸਾਡਾ ਅੰਦੋਲਨ ਸ਼ਾਂਤਮਈ ਰਹੇਗਾ। ਲੇਕਿਨ ਸਰਕਾਰ ਸਾਡੇ ਇਸ ਸ਼ਾਂਤਮਈ ਅੰਦੋਲਨ ਜਿਹੜਾ ਉਹ ਹਿੰਸਕ ਰੂਪ ਦੇਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਕਰ ਰਹੀ ਆ, ਜਿਸ ਕਰਕੇ ਇਹ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਭੇਜ ਕੇ ਤੇ ਇੱਥੇ ਇਹ ਕੰਮ ਜਿਹੜੇ ਕਰਵਾਏ ਜਾ ਰਹੇ ਨੇ, ਜਿਹਨੂੰ ਪੁਲਿਸ ਦੇ ਹੈਂਡਓਵਰ ਕਰ। ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਤਾਂ ਪਕੜਾ ਦਿੱਤਾ ਹੈਗਾ, ਪਰ ਤੁਹਾਨੂੰ ਲੱਗਦਾ ਹੋਊਗਾ ਕਿ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਗਏ ਨੇ ਜਿਹੜੇ ਤੁਹਾਡੇ ਵੱਲੋਂ ਸ਼ਰਾਰਤੀ ਅਨਸਰ ਫੜੇ ਗਏ ਨੇ, ਉਹ ਹਮੇਸ਼ਾ 1-2 ਦਿਨਾਂ ਬਾਅਦ ਛੱਡ ਦਿੰਦੀ ਆ ਤਾਂ ਦੁਬਾਰਾ ਇਸੇ ਮੋਰਚੇ 'ਚ ਦੇਖਣ ਨੂੰ ਮਿਲਦੇ ਨੇ। ਬੀਬਾ ਜੀ ਦੇਖੋ, ਅਸੀਂ ਸਾਡੇ ਕੋਲੇ ਕੋਈ ਹੋਰ ਪਾਵਰ ਨਹੀਂ ਹੈਗੀ ਜੀ, ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ। ਅਸੀਂ ਬੰਦਾ ਫੜ ਕੇ ਆਪਣੇ ਕੋਲ ਨਹੀਂ ਰੱਖ ਸਕਦੇ, ਅਸੀਂ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ, ਕਿਉਂਕਿ ਇਹ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹ ਪੁਲਿਸ ਨੇ ਕਰਨੀ ਹੁੰਦੀ ਹੈ। ਪੁਲਿਸ ਨੂੰ ਅਸੀਂ ਫੜਾ ਦਿੰਦੇ ਆ ਔਰ ਲਿਖਤੀ ਅਸੀਂ ਦਰਖਾਸਤਾਂ ਦਿੰਦੇ ਆ। ਜੀ। ਹੁਣ ਅੱਗੋਂ ਪੁਲਿਸ ਜਿਹੜੀ ਆ ਉਹ ਕਾਰਵਾਈ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਆ, ਪਰ ਕਾਰਨ ਕੀ ਹੈ? ਪੁਲਿਸ ਚਾਹੁੰਦਿਆਂ ਹੋਇਆਂ ਵੀ ਕੋਈ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਹਰਿਆਣੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਕੇਂਦਰ 'ਚ ਵੀ ਬੀਜੇਪੀ ਦੀ ਸਰਕਾਰ ਹੈ। ਇਹਨਾਂ ਪੁਲਿਸ ਅਫਸਰਾਂ ਦੇ ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੀ ਸਰਕਾਰ ਬੀਜੇਪੀ ਦੀ ਸਰਕਾਰ ਹੈ, ਉਹਨਾਂ ਦਾ ਦਬਾਅ ਹੀ ਇੰਨਾ ਜ਼ਿਆਦਾ ਕਿ ਉਹ ਕੰਮ ਨਹੀਂ ਕਰ ਰਹੇ, ਪਰ ਅਸੀਂ ਆਪ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ, ਇਸ ਕਰਕੇ ਅਸੀਂ ਪੁਲਿਸ ਦੇ ਹੈਂਡਓਵਰ ਕਰ। ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਜੇ ਅਸੀਂ ਗੱਲ ਕਰੀਏ ਤਾਂ ਲਗਾਤਾਰ ਸ਼ਰਾਰਤੀ ਅਨਸਰ ਫੜੇ ਜਾਂਦੇ ਨੇ ਤੇ ਫੜ ਕੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਜਾਂਦੇ ਨੇ, ਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਕਿੰਨੀ ਹੈ। ਡੱਲੇਵਾਲ ਜੀ ਵੀ ਗੱਲ ਕਰਨਾ ਚਾਹੁੰਦੇ ਨੇ, ਇਹਨਾਂ ਨਾਲ ਜਾਣਕਾਰੀ ਲੈਣੀ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ, ਗੱਲ ਇਹ ਹੈ, ਜਿਵੇਂ ਸਿਰਸਾ ਸਾਹਿਬ ਨੇ ਗੱਲ ਦੱਸੀ ਹੈ, ਸਾਰੀ ਡਿਟੇਲ ਤੁਹਾਨੂੰ ਦੱਸਤੀ ਹੈ, ਇਹ 'ਚ ਕੋਈ ਸ਼ੱਕ ਨਹੀਂ ਜੀ, ਇਸ ਵੇਲੇ ਬੀਜੇਪੀ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਹੈ, ਹੋਰ ਕੋਈ ਰਸਤਾ ਨਹੀਂ ਲੱਭ ਰਿਹਾ। ਸੰਸਦ ਦੇ ਵਿੱਚ ਵੀ ਵਿਰੋਧ ਹੋ ਰਿਹਾ ਬਹੁਤ ਜ਼ਿਆਦਾ, ਹੋਰ ਕੋਈ ਰਸਤਾ ਹੀ ਨਹੀਂ ਲੱਭ ਰਿਹਾ। ਪ੍ਰਧਾਨ ਮੰਤਰੀ ਨੂੰ ਇਹ ਵੀ ਕਹਿਣਾ ਪੈ ਗਿਆ ਕਿ ਲੋਕਾਂ ਨੂੰ ਦੱਸੋ ਕਿ ਕਾਂਗਰਸ ਵਾਲੇ ਸਾਡਾ ਸੈਸ਼ਨ ਨਹੀਂ ਚੱਲਣ ਦਿੰਦੇ, ਇਹ ਕਹਿਣਾ ਪੈ ਗਿਆ। ਇਦੋਂ ਵੀ ਕਹਾ ਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਹੈ, ਇੱਥੋਂ ਦੀ ਬੀਜੇਪੀ ਨੇ ਇੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਯਤਨ ਕੀਤਾ। ਉਹਦਾ ਵੀ ਮਕਸਦ ਇੱਕੋ ਹੀ ਸੀ ਕਿ ਇੱਥੇ ਕੋਈ ਨਾ ਕੋਈ ਦੁਖਾਂਤ ਵਾਪਰੇ, ਕੋਈ ਮਾੜੀ ਘਟਨਾ ਵਾਪਰੇ, ਕਿਉਂਕਿ ਲੋਕ ਲੰਬੇ ਸਮੇਂ ਤੋਂ ਇਹ ਦੁੱਖ ਭੋਗ ਰਹੇ ਆ, ਲੋਕਾਂ ਦੇ ਅੰਦਰ ਰੋਸ ਹੈ, ਗੁੱਸਾ ਹੈ। ਉਸ ਗੁੱਸੇ ਦੇ ਵਿੱਚੋਂ ਜਦੋਂ ਸਾਡੇ ਲੋਕ ਇਸ ਮੋਰਚੇ ਦੇ ਵਿੱਚ ਵੜਨਗੇ ਤਾਂ ਸੁਭਾਵਿਕ ਆ ਕਿ ਲੋਕ ਲੜਾਈ ਕਰਨਗੇ, ਝਗੜਾ ਕਰਨਗੇ। ਔਰ ਉਸ ਵੇਲੇ ਸਾਡੇ ਕੋਲ ਰਿਪੋਰਟ ਇਹ ਆਈ ਹੈ ਕਿ 15 ਆਦਮੀ ਬੀਜੇਪੀ ਨੇ ਕਿਰਾਏ ਤੇ ਲੈ ਕੇ ਹਾਇਰ ਕਰਕੇ ਸਾਡੇ ਮੋਰਚੇ ਦੇ ਵਿੱਚ ਵਾੜਨ ਦੀ ਤਿਆਰੀ ਸੀ, ਜਿਨ੍ਹਾਂ ਨੂੰ ਇਹ ਕਿਹਾ ਗਿਆ ਹੈ ਕਿ ਜੇ ਤੁਹਾਡੇ ਸੱਟ ਚੋਟ ਲੱਗਦੀ ਹੈ ਤੇ ਤੁਹਾਨੂੰ 5-5 ਲੱਖ ਰੁਪਈਆ ਦੇਵਾਂਗੇ। ਹੁਣ ਜਿਹੜੇ ਬੰਦਿਆਂ ਨੂੰ ਇਹ ਕਿਹਾ ਹੀ ਗਿਆ ਹੈ ਵੀ ਜੇ ਤੁਹਾਡੇ ਸੱਟ ਵੱਜ ਗਈ ਤੇ 5 ਲੱਖ ਰੁਪਈਆ ਦੇਵਾਂਗੇ, ਉਹ ਤਾਂ ਸੁਭਾਵਿਕ ਹੈ ਕਿ ਹਾਲਾਤ ਪੈਦਾ ਕਰੇਗਾ ਜਿਹਦੇ ਕਾਰਨ ਉਹਨਾਂ ਦੇ ਸੱਟ ਵੱਜੇ। ਤਾਂ ਇਹਦਾ ਮਤਲਬ ਉਹ ਸਾਡੇ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਡਿਸਟਰਬੈਂਸ ਫੈਲਾਉਣ ਵਾਸਤੇ ਆਏ ਸੀ। ਇਹ ਵੀ ਜਿਹੜਾ ਅੱਜ ਫੜਿਆ ਗਿਆ ਹੈ, ਤੇ ਆ ਤੁਸੀਂ 2 ਦਿਨ ਪਹਿਲਾਂ ਦੇਖਿਆ ਅੱਗ ਲੱਗੀ ਹੈ, ਉਹ ਮਗਰਲੇ ਪਾਸੇ ਲੰਗਰਾਂ ਦੇ ਵਿੱਚ ਰਾਤ ਨੂੰ ਅੱਗ ਲੱਗੀ। ਉਹ ਸਾਰੀਆਂ ਜੇ ਘਟਨਾਵਾਂ ਨੂੰ ਜੋੜਦੇ ਆ ਤਾਂ ਅੱਜ ਪੈਟਰੋਲ ਫੜੇ ਜਾਣਾ, ਪਿਛਲੇ ਦਿਨਾਂ ਦੇ ਵਿੱਚ ਵੀ ਪੈਟਰੋਲ ਫੜੇ ਜਾਣਾ, ਇਹ ਆਪਣੇ ਆਪ ਦੇ ਵਿੱਚ ਇੱਕ ਛੜਯੰਤਰ, ਇੱਕ ਸਾਜ਼ਿਸ਼ ਦਾ ਹਿੱਸਾ ਬਣਦੀ ਹੈ। ਡੱਲੇਵਾਲ ਸਾਹਿਬ, ਤੁਹਾਡਾ ਬਹੁਤ ਨੁਕਸਾਨ ਹੋ ਰਿਹਾ, ਜਿੰਨੇ ਵੀ ਲੰਗਰਾਂ ਦੇ ਵਿੱਚ ਅੱਗ ਲੱਗਦੀ ਆ ਜਾਂ ਟਰਾਲੀਆਂ, ਕਿਸਾਨ ਪਹਿਲਾਂ ਹੀ ਇੱਕ ਤਾਂ ਸੜਕਾਂ ਤੇ ਬੈਠੇ, ਦੂਜਾ ਆਪਣਾ ਖਰਚਾ ਕਰਕੇ ਖੁਦ ਆਪਣੀਆਂ ਰਿਹਾਇਸ਼ਾਂ ਤਿਆਰ ਕਰਦੇ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਇਹ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਾ ਦਿੱਤੀ ਜਾਣੀ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਵੀ ਵੱਡਾ ਐਕਸ਼ਨ ਲੈਣਾ ਚਾਹੀਦਾ? ਨਾ ਤੁਹਾਡੇ ਇੱਥੇ ਵਲੰਟੀਅਰ ਦੀ ਕੋਈ ਉਹ ਹੈਗੀ ਆ ਜ਼ਿਆਦਾ? ਦੇਖੋ, ਮੈਂ ਦੱਸਦਾ ਗੱਲ, ਕੋਸ਼ਿਸ਼ ਹੈ, ਆ ਮੁੰਡੇ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੇ ਨੇ। ਜੇ ਵਲੰਟੀਅਰ ਨਾ ਹੁੰਦੇ ਤਾਂ ਇਹ ਫੜੇ ਨਹੀਂ ਜਾਣੇ ਸੀ। ਇਹਨਾਂ ਨੂੰ ਫੜਦੇ ਆ ਤਾਂ ਸਾਡੇ ਨੌਜਵਾਨ ਹੀ ਫੜਦੇ ਆ। ਜਿਸ ਤਰ੍ਹਾਂ ਪਹਿਲਾਂ ਪਹਿਰੇ ਲੱਗਦੇ ਸੀਗੇ, ਕਿਉਂਕਿ ਹੁਣ ਤਾਂ ਵਾਰਡ ਬਣਾ ਦਿੱਤੇ ਗਏ ਨੇ, ਵਾਰਡਾਂ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀਆਂ ਲਾਈਆਂ ਗਈਆਂ ਨੇ, ਪਰ ਲੱਗਦਾ ਨਹੀਂ ਕਿ ਜੇ ਤਾਂ ਜਾਂ ਤਾਂ ਰਾਤ ਨੂੰ ਰਸਤਾ ਬੰਦ ਕਰ ਦਿੱਤਾ ਜਾਵੇ ਜਾਂ ਤੁਹਾਡੇ ਵੱਲੋਂ ਵੀ ਕੋਈ ਵੱਡਾ ਐਕਸ਼ਨ ਲਿੱਤਾ ਜਾਵੇ ਜਿਹਦੇ ਨਾਲ ਇਹ ਘਟਨਾਵਾਂ ਜਿਹੜੀਆਂ ਅੰਦੋਲਨ 'ਚ ਰੁਕ ਸਕਣ। ਅਸੀਂ ਕੀ ਕਰਨਾ ਚਾਹੁੰਦੇ ਹਾਂ? ਅਸੀਂ ਅੰਦੋਲਨ ਨੂੰ ਪੂਰੀ ਤਰ੍ਹਾਂ ਪੀਸਫੁਲੀ ਚਲਾਉਣਾ ਚਾਹੁੰਦੇ ਹਾਂ। ਸਰਕਾਰ ਬੇਈਮਾਨ, ਨਾਦਰਸ਼ਾਹੀ ਦੇ ਨਾਲ ਛੜਯੰਤਰਕਾਰੀ ਹੈ। ਉਹ ਛੜਯੰਤਰ ਕੋਈ ਐਸਾ ਰਚਨਾ ਚਾਹੁੰਦੀ ਹੈ ਜਿਹਦੇ ਨਾਲ ਸਾਡਾ ਅੰਦੋਲਨ ਖਰਾਬ ਹੋਵੇ। ਆਸ ਪੜੋਸ ਦੇ ਜਿਹੜੇ ਪਿੰਡ ਹੈ, ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਲੜਾਈ ਝਗੜੇ ਦਾ ਮਾਹੌਲ ਬਣੇ। ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ, ਇੱਕ ਆਦਮੀ ਆਇਆ, ਇੱਕ ਦੁਕਾਨਦਾਰ ਦਾ, ਉਹ ਵਿਚਾਰੀ ਲੇਡੀ ਦੁਕਾਨਦਾਰ ਹੈ, ਛੋਟਾ ਬੱਚਾ ਹੈ, ਉਹਦਾ ਹਸਬੈਂਡ ਹੈ ਨਹੀਂ, ਉਹਦਾ
ਤਾਲਾ ਤੋੜਦਾ ਹੈ, ਉਹ ਅਸੀਂ ਸਾਡੇ ਵਲੰਟੀਅਰਾਂ ਨੇ ਫੜ ਕੇ ਪੁਲਿਸ ਨੂੰ ਦਿੱਤਾ ਹੈ, ਜਿਹਦੇ 'ਚ ਪੁਲਿਸ ਬਿਲਕੁਲ ਨਾਕਾਮ ਹੈ। ਕੋਲੇ ਪੁਲਿਸ ਬੈਠੀ ਹੈ, ਕੋਈ ਕਾਰਵਾਈ ਨਹੀਂ ਕਰਦੀ, ਸਾਡੇ ਬੰਦੇ ਫੜ ਕੇ ਫੜਾਉਂਦੇ ਆ। ਯਾਨੀ ਅਸੀਂ ਪੂਰੀ ਸਤਰਕਤਾ ਦੇ ਨਾਲ ਕੰਮ ਕਰ ਰਹੇ ਹਾਂ। ਸਾਡੀ ਭਾਵਨਾ ਇਹ ਹੈ ਕਿ ਅੰਦੋਲਨ ਕਿਸੇ ਤਰ੍ਹਾਂ ਨਾਲ ਹਿੰਸਕ ਨਾ ਹੋਵੇ, ਸਾਡੇ ਆਸ ਪੜੋਸ ਦੇ ਲੋਕਾਂ ਦੇ ਨਾਲ ਸਾਡੀ ਮਿੱਤਰਤਾ ਬਣੀ ਰਹੇ। ਸਾਡੀ ਕੋਈ ਅਜਿਹੀ ਨਹੀਂ ਗੀ ਕਿ ਕੋਈ ਐਸਾ ਕਦਮ ਚੱਕੀਏ ਜਿਹਦੇ ਨਾਲ ਲੋਕ ਨਾਰਾਜ਼ ਹੋਣ, ਔਰ ਲੋਕ ਸਾਡਾ ਸਹਿਯੋਗ ਦੇ ਵੀ ਰਹੇ ਨੇ। ਸਰਕਾਰ षडयंत्र ਕੀ ਰਚ ਰਹੀ ਹੈ, ਤੁਸੀਂ ਅੰਦਾਜ਼ਾ ਲਓ। ਦਿੱਲੀ ਨੂੰ ਜਾਣ ਵਾਸਤੇ ਸਿੱਧੀ ਸੜਕ ਬੜੀ ਵਧੀਆ ਹੈ, ਇਧਰ ਦੀ ਕਿਉਂ ਭੇਜਦੀ ਹੈ ਭਲਾ ਲੋਕਾਂ ਨੂੰ? ਤਾਂ ਕਿ ਇੱਥੇ ਰਸ਼ ਵਧੇ, ਇੱਥੇ ਐਕਸੀਡੈਂਟ ਹੋਣ, ਇੱਥੇ ਘਟਨਾਵਾਂ ਵਾਪਰਨ, ਲੋਕ ਗੁੱਸੇ ਦੇ ਵਿੱਚ ਆ ਕੇ ਕੋਈ ਹੋਰ ਮਤਲਬ ਨੁਕਸਾਨ ਕਰਨ। ਤਾਂ ਇਹ ਸਾਰੇ ਦਾ ਸਾਰਾ ਜਿਹੜਾ ਇੰਨਾ ਜ਼ਿਆਦਾ ਟ੍ਰੈਫਿਕ ਇੱਧਰ ਛੱਡਣਾ, ਜੋ ਇਹ ਜਾਂ ਇੱਥੇ ਅੱਗਾਂ ਲਾਉਣੀਆਂ ਜਾਂ ਤੇ ਅਜਿਹੇ ਲੋਕ ਛੱਡ ਕੇ ਇਹ ਕੰਮ ਕਰਵਾਉਣੇ, ਇਹ ਆਪਣੇ ਆਪ 'ਚ ਇੱਕ षडयंत्र ਦਾ ਹਿੱਸਾ ਹੈ ਜਿਹੜੇ ਸਾਡੇ ਅੰਦੋਲਨ ਨੂੰ ਢਾਹ ਲਾਉਣੀ ਚਾਹੁੰਦੇ ਆ। ਔਰ ਸਾਡੇ ਕਿਸਾਨ, ਸਾਡੇ ਵਲੰਟੀਅਰ ਬੜੇ ਸਤਰਕ ਨੇ, ਬੜੀ ਦਿਆਨਤਦਾਰੀ ਨਾਲ, ਇਮਾਨਦਾਰੀ ਨਾਲ ਕੰਮ ਕਰਦੇ, ਡਿਊਟੀ ਨਿਭਾਉਂਦੇ ਹੋਏ ਉਹਨਾਂ ਨੂੰ ਫੜਦੇ ਆ, ਫੜ ਕੇ ਐਜ਼ ਇਟ ਇਜ਼ ਉਹਨਾਂ ਨੂੰ ਪੁਲਿਸ ਨੂੰ ਦੇ ਹਵਾਲੇ ਕਰਦੇ ਆ, ਤਾਂ ਕਿ ਉਹ ਚਾਹੁੰਦੇ ਨੇ ਇੱਥੇ ਦੰਗਾ ਭੜਕੇ। ਹੁਣ ਜਿਵੇਂ ਇਹ ਮੁੰਡਾ ਫੜਿਆ ਗਿਆ ਸੀ, ਜੇ ਕਿਤੇ ਕਿਸੇ ਚੀਜ਼ ਤੇ ਤੇਲ ਤੁਲ ਪਾਉਂਦਾ ਫੜਿਆ ਜਾਂਦਾ, ਫਿਰ ਤਾਂ ਸੁਭਾਵਿਕ ਸੀ, ਫਿਰ ਤਾਂ ਜ਼ਿਆਦਾ ਕੁੱਟਣਾ ਸੀ ਮੁੰਡਿਆਂ ਨੇ, ਇਹ ਤਾਂ ਕਸਰ ਨਹੀਂ ਨਾ ਛੱਡਣੀ ਸੀ। ਉਹ ਇਸੇ ਕੰਮ ਵਾਸਤੇ ਆਉਂਦੇ ਨੇ ਕਿ ਜ਼ਿਆਦਾ ਕੁੱਟਮਾਰ ਕਰਨ, ਸੱਟਾਂ ਮਾਰਨ। ਇਹਨਾਂ ਦੇ ਸੱਟਾਂ ਵੱਜਣਗੀਆਂ ਤੇ ਇਹਨਾਂ ਨੂੰ 5 ਲੱਖ ਰੁਪਈਆ ਮਿਲਣਾ ਹੈ। ਇਹਨਾਂ ਨੂੰ 5 ਲੱਖ ਤਾਂ ਮਿਲਣਾ ਜੇ ਇਹਨਾਂ ਦੇ ਸੱਟਾਂ ਵੱਜਣਗੀਆਂ ਤਾਂ ਉਹ ਇੱਥੇ ਆ ਕੇ ਐਕਸ਼ਨ ਹੀ ਉਹ ਕਰਦੇ ਆ ਜਿਹਦੇ ਨਾਲ ਸੱਟਾਂ ਵੱਜਣ ਜੀ। ਸਾਡੇ ਨੌਜਵਾਨਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰਦੇ ਆ। ਤੋਂ ਸਾਰੀਆਂ ਗੱਲਾਂ ਤੋਂ ਸਾਡੇ ਨੌਜਵਾਨ ਬੜੇ ਇhtiyat ਵਰਤਦੇ ਆ, ਬੜੇ ਸੁਚੇਤ ਹੋ ਕੇ ਚੱਲ ਰਹੇ ਆ। ਜਿਵੇਂ ਇਹਨਾਂ ਨੇ ਫੜ ਕੇ ਸਾਨੂੰ ਸੱਦਿਆ, ਹੁਣ ਦੇਖੋ ਸਾਨੂੰ ਸੱਦ ਕੇ ਬੁਲਾ ਕੇ ਸਾਨੂੰ ਦੱਸਿਆ ਵੀ ਇਹਨਾਂ ਨੇ ਇਸ ਤਰ੍ਹਾਂ ਬੰਦਾ ਫੜਿਆ ਜੀ, ਨਾਲ ਦੀ ਨਾਲ ਅਸੀਂ ਪੁਲਿਸ ਨੂੰ ਸੱਦ ਕੇ ਪੁਲਿਸ ਨੂੰ ਹੈਂਡਓਵਰ ਕੀਤਾ ਹੈ। ਤਾਂ ਸਾਡੀ ਭਾਵਨਾ ਹਮੇਸ਼ਾ ਇਹ ਹੈ ਕਿ ਇੱਥੇ ਕਿਸੇ ਤਰ੍ਹਾਂ ਦੀ ਭੜਕਾਹਟ ਨਾ ਪੈਦਾ ਹੋਣ ਦਿੱਤੀ ਜਾਏ, ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਭੜਕਾਹਟ ਪੈਦਾ ਕੀਤੀ ਜਾਏ। FIR ਦਰਜ ਕਰਵਾ ਦਿੱਤੀ ਗਈ ਹੈ ਤੁਹਾਡੇ ਵੱਲੋਂ? 100% FIR ਪਹਿਲਾਂ ਵੀ ਹੋ ਗਈ, ਇੱਕ ਹੁਣ ਹੋਰ ਹੋਏਗੀ। ਪਹਿਲਾਂ ਵੀ ਹੋਈਆਂ, ਪਹਿਲਾਂ ਇੱਕ ਆਦਮੀ ਅਸੀਂ ਦਿੱਤਾ SSP ਦੇ ਧਿਆਨ 'ਚ, ਇੱਥੋਂ ਦੀ ਲੋਕਲ ਪੁਲਿਸ ਨੇ ਉਹ ਆਦਮੀ ਤੇ ਨਾਰਮਲ ਕਾਰਵਾਈ ਕਰਕੇ ਜੀ ਦਾਰੂ ਪੀਤੀ ਹੈ, ਪਬਲਿਕ ਪਲੇਸ ਦੇ ਉੱਤੇ ਦਾਰੂ ਪੀ ਕੇ ਆ ਗਿਆ, ਨਹੀਂ ਰਾਈਟ ਸੀਗਾ, ਗਲਤ ਹੋਇਆ, ਉਨੀ ਕਾ FIR ਪਰਚਾ ਦੇ ਦਿੱਤੀ। ਤੁਸੀਂ ਦੇਖ ਸਕਦੇ ਹੋ ਕਿ ਜੇ ਸਰਕਾਰ ਇਦਾਂ ਦੇ ਕੰਮ ਕਰਵਾ ਰਹੀ ਹੈ ਜਾਂ ਸ਼ਰਾਰਤੀ ਅੰਸਰ ਭੇਜੇ ਜਾ ਰਹੇ ਨੇ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਹਜੇ ਤਾਂ ਮਾਲੀ ਨੁਕਸਾਨ ਜ਼ਿਆਦਾ ਹੋ ਰਿਹਾ, ਕੱਲ ਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਹੈਗਾ? ਅੱਗੇ ਕੋਈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ? ਸਾਡੇ ਵੱਲੋਂ ਪੂਰੀ ਤਰ੍ਹਾਂ ਸਤਰਕ ਸੀ। ਇੱਥੇ ਸਾਨੂੰ ਸੁਚੇਤ ਰਹਿਣਾ ਹੀ ਦੀ ਲੋੜ ਹੈ। ਸਾਨੂੰ ਕਿਸੇ ਤਰ੍ਹਾਂ ਦੇ ਟਕਰਾਅ 'ਚ ਆਉਣ ਦੀ ਲੋੜ ਨਹੀਂ। ਅਸੀਂ ਬਹੁਤ ਆ ਫੜ ਲਿਆ ਨਾ ਜੀ, ਇੱਥੇ 100 200 400 ਬੰਦਾ ਵੀ ਆਏਗਾ, ਸਾਡੀ ਗਿਣਤੀ ਇੰਨੀ ਹੈ ਕਿ ਅਸੀਂ 400 ਨੂੰ ਵੀ ਫੜ ਕੇ ਬੰਨ ਕੇ ਇੱਥੇ ਪਾ ਸਕਦੇ ਹਾਂ। ਕੋਈ ਚਿੰਤਾ ਨਹੀਂ, ਸਾਨੂੰ ਕੋਈ ਘਬਰਾਹਟ ਨਹੀਂ। ਅਸੀਂ ਸ਼ਕਤੀ ਸਾਡੇ ਕੋਲੇ ਹੈਗੀ ਹੈ, ਤਾਕਤ ਸਾਡੇ ਕੋਲੇ ਹੈਗੇ, ਸਾਡੇ ਨੌਜਵਾਨ ਬੜੇ ਅਲਰਟ ਨੇ, ਬੜੇ ਸਮਝਦਾਰੀ ਨਾਲ ਚੱਲ ਰਹੇ, ਚਲਾਵਾਂਗੇ ਮੋਰਚਾ ਜੀ। ਸੋ ਦਰਸ਼ਕੋ ਤੁਸੀਂ ਦੇਖ ਸਕਦੇ, ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਤਰਕ ਰਵਾਂਗੇ, ਅੱਗੇ ਵੀ ਵੱਡਿਆਂ ਤੋਂ ਵੱਡੀ ਸੁਰੱਖਿਆ ਜਿਹੜੀ ਵਧਾਈ ਜਾਊਗੀ। ਸਿਰਸਾ ਸਾਹਿਬ, ਇਹ ਮਨ ਵਿੱਚ ਸਵਾਲ ਆ ਰਿਹਾ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਸ਼ਰਾਰਤੀ ਅੰਸਰ ਫੜਦੇ, ਸਾਰਾ ਕੁਝ ਹੋ ਰਿਹਾ ਹੈਗਾ, ਤਾਂ ਤੁਹਾਡੇ ਵੱਲੋਂ ਕੋਈ ਸਰਕਾਰ ਨੂੰ ਕੋਈ ਆਪਣਾ ਅਲਟੀਮੇਟਮ ਨਹੀਂ ਦਿੱਤਾ ਜਾਊਗਾ ਕਿ ਭਈ ਇਦਾਂ ਦਾ ਸ਼ਰਾਰਤ? ਕਿਉਂਕਿ ਦੇਖੋ, ਇੱਕ ਪਾਸੇ ਤੁਹਾਡੀ ਕਿਸਾਨ ਸੰਸਦ ਚੱਲ ਰਹੀ ਹੈਗੀ ਆ, ਦੂਜੇ ਪਾਸੇ ਮੋਰਚੇ 'ਚ ਲੱਗਦਾ ਨਹੀਂ ਕੋਈ ਦਹਿਸ਼ਤ ਦਾ ਮਾਹੌਲ ਵੀ ਪੈਦਾ ਕੀਤਾ ਜਾ ਰਿਹਾ। ਕਿਸਾਨ ਕੋਈ ਡਰ ਵੀ ਸਕਦੇ ਨੇ ਕਿ ਜਾਨੀ ਨੁਕਸਾਨ ਵੀ ਹੋਣ ਤੋਂ ਅੱਗੇ ਹੋ ਸਕਦਾ ਹੈਗਾ। ਸਾਡੇ ਕਿਸਾਨ 8 ਮਹੀਨਿਆਂ ਤੋਂ ਨਹੀਂ ਡਰੇ, ਇਹਨਾਂ ਨੇ ਬਹੁਤ ਕੁਝ ਕੀਤਾ ਜੀ, ਅੱਗੇ ਡਰਨ ਵਾਲੇ ਵੀ ਨਹੀਂ। ਪਰ ਦਹਿਸ਼ਤ ਦਾ ਮਾਹੌਲ ਤਾਂ ਪੈਦਾ ਹੋ ਰਿਹਾ, ਦੇਖੋ ਉਹ ਕਰੀ ਜਾ ਰਹੇ ਨੇ, ਪਰ ਅਸੀਂ ਤਾਂ ਸੁਚੇਤ ਹਾਂ। ਸਾਡੇ ਵਲੰਟੀਅਰ, ਸਾਡੇ ਨੌਜਵਾਨ, ਸਾਡੇ ਬੱਚੇ ਜਿਹੜੇ ਨੇ ਬਹੁਤ ਸੁਚੇਤ ਨੇ, ਤੇ ਇਸ ਕਰਕੇ ਸਾਨੂੰ ਸਰਕਾਰ ਨੂੰ ਹੁਣ ਪਤਾ ਨਹੀਂ ਲੱਗੇਗਾ। ਜਦ ਸਰਕਾਰ ਤੱਕ ਤਾਂ ਖਬਰ ਪਹੁੰਚ ਹੀ ਜਾਣੀ ਹੈ ਨਾ, ਤੁਹਾਡੇ ਰਾਹੀਂ ਵੀ ਪਹੁੰਚ ਜਾਣੀ ਹੈ। ਜੇ ਸਰਕਾਰ ਇਸ ਤੋਂ ਸੰਤਰਕ ਨਹੀਂ ਆਉਂਦੀ, ਜੇ ਉਹ ਕੋਈ ਕਾਰਵਾਈ ਨਹੀਂ ਕਰਦੀ, ਇੱਕੋ ਇੱਕ ਗੱਲ ਹੈ ਕਿ ਸਰਕਾਰ ਇਸ ਕਰਕੇ ਅੜੀ ਹੋਈ ਹੈ, ਉਹ ਸਾਡੀਆਂ ਮੰਗਾਂ ਤਾਂ ਹੀ ਪ੍ਰਵਾਨੇ ਕਰ ਰਹੀ ਕਿ ਇਹ ਲੰਬਾ ਚੱਲੇਗਾ ਤੇ ਇਹਦੇ ਵਿੱਚ ਕੋਈ ਨਾ ਕੋਈ ਗੜਬੜ ਹੋਏਗੀ ਤੇ ਇਹ ਹਿੰਸਕ ਰੂਪ ਧਾਰੇਗਾ ਤੇ ਲੋਕ ਆਪਣੇ ਆਪ ਉੱਠ ਕੇ ਚੱਲ ਜਾਣਗੇ। ਪਰ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜਿੰਨੇ ਮਰਜ਼ੀ षडयंत्र ਰਚ ਲਓ, ਇੱਥੇ ਕੋਈ ਫਰਕ ਨਹੀਂ ਪੈਣ ਵਾਲਾ। ਅਸੀਂ ਇਹ ਸੰਘਰਸ਼ ਜਿੱਤ ਕੇ ਜਾਵਾਂਗੇ, ਕੋਈ ਫਰਕ ਨਹੀਂ ਜੀ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿਸਾਨ ਸੰਸਦ ਕਰ ਰਹੇ ਨੇ, ਉੱਥੇ ਹੀ ਕਿਸਾਨੀ ਅੰਦੋਲਨ ਦੇ ਵਿੱਚ ਬੀਤੇ ਦਿਨ ਤੁਸੀਂ ਦੇਖਿਆ ਕਿ ਘਟਨਾ ਵਾਪਰੀ ਤੇ ਅੱਜ ਵੀ ਵੱਡੀ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਜੋ ਇੱਕ ਸ਼ਰਾਰਤੀ ਅੰਸਰ ਸੀ ਉਹ ਫੜਿਆ ਗਿਆ, ਕਿਸਾਨਾਂ ਦੀ ਚਪੇਟ 'ਚ ਆਇਆ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤਾ। ਲਗਾਤਾਰ ਇਦਾਂ ਦੀਆਂ ਘਟਨਾਵਾਂ ਇੱਥੇ ਸ਼ਰਾਰਤੀ ਅੰਸਰ ਫੜੇ ਜਾਂਦੇ ਨੇ, ਵਾਪਰ ਰਹੀਆਂ ਨੇ, ਪਰ ਕਿਸਾਨਾਂ ਵੱਲੋਂ ਵੀ ਪੂਰੀ ਸੁਚੱਜਤਾ ਦੇ ਨਾਲ ਤੇ ਸੁਚੇਤ ਰਹਿ ਕੇ ਉਹਨਾਂ ਦਾ ਪਰਦਾਫਾਸ਼ ਵੀ ਕੀਤਾ ਜਾ ਰਿਹਾ। ਸੋ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ, ਸਾਰੀਆਂ ਅਪਡੇਟ ਦੇਣ ਲਈ ਤੁਹਾਨੂੰ ਤਦ ਤੱਕ ਜੁੜੇ ਰਹੋਗੇ। ਧੰਨਵਾਦ ਜੀ।